ਆਓ ਸੁਣੀਏ, ਮਨੁੱਖ ਨਾਲ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ, ਜੋ ਕਿ ਗੁਰਬਖਸ਼ ਸਿੰਘ ਪ੍ਰੀਤੜੀ ਜੀ ਦੁਆਰਾ ਲਿਖੀ ਗਈ ਸਵੈ ਜੀਵਨੀ ਮੇਰੀ ਕਹਾਣੀ ਵਿੱਚੋਂ ਲਿਆ ਗਿਆ ਹੈ। ਸਵਿਟਜ਼ਰਲੈਂਡ ਦੇ ਸ਼ਹਿਰ ਜ਼ਿਊਰਿਖ ਜਾ ਰਿਹਾ ਸਾਂ। ਰਸਤੇ ਵਿੱਚ ਬਹੁਤ ਬਰਫ਼ ਪੈਣ ਦੀਆਂ ਖਬਰਾਂ ਮਿਲ ਰਹੀਆਂ ਸਨ। ਓੜਕ ਇੱਕ ਥਾਂ ਰੇਲ ਲਾਈਨ ਉੱਤੇ ਬਰਫ਼ ਦੀ ਇੱਕ ਚਟਾਨ ਢਹਿ ਹੀ ਪਈ। ਸਾਤੋਂ ਪਹਿਲੀ ਗੱਡੀ ਦਾ ਕੁਝ ਨੁਕਸਾਨ ਵੀ ਹੋ ਗਿਆ। ਸਾਡੀ ਗੱਡੀ ਦਾ ਰਾਹ ਬਦਲ ਕੇ ਜ਼ਿਊਰਿਖ ਦੀ ਥਾਂ ਸਾਨੂੰ ਜਰਮਨੀ ਦੇ ਇੱਕ ਸ਼ਹਿਰ ਮਿਊਨਿਖ ਪਹੁੰਚਾਇਆ ਗਿਆ। ਉਦੋਂ ਐਡੀ ਵੱਡੀ ਲੜਾਈ ਹੋ ਚੁੱਕਣ ਦੇ ਬਾਅਦ ਵੀ ਰਾਹਦਾਰੀ ਪੱਤਰ ਵੀਜ਼ਾ ਲੈਣੇ ਐਡੇ ਮੁਸ਼ਕਲ ਨਹੀਂ ਸਨ। ਸਫ਼ਰੀ ਏਜੰਟ ਆਪੇ ਹੀ ਰਾਹਦਾਰੀ ਪੱਤਰ ਲੈ ਲੈਂਦੇ ਸਨ। ਜਰਮਨੀ ਤੋਂ ਇੱਕ ਵਾਰੀ ਨਿਕਲ ਜਾਣ ਤੋਂ ਬਾਅਦ ਮੈਨੂੰ ਫਿਰ ਜਰਮਨੀ ਵਿੱਚ ਦਾਖਲ ਹੋਣਾ ਪਿਆ। ਤਾਂ ਵੀ ਕੋਈ ਆਫਤ ਆਈ ਨਾ ਸਮਝੀ ਗਈ। ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਰਾਹਦਾਰੀ ਪੱਤਰ ਲੈਣੇ ਐਦੂ ਵੀ ਸੁਖਾਲੇ ਦੱਸੇ ਜਾਂਦੇ ਸਨ। ਕਦੇ ਸਾਰੀ ਦੁਨੀਆ, ਹਰ ਕਿਸੇ ਦਾ ਆਪਣਾ ਦੇਸ਼ ਹੋਵੇ, ਮੁਲਕਾਂ ਦੀਆਂ ਸਰਹੱਦਾਂ ਉੱਤੇ ਪੁਲਿਸ ਦਾ ਪੱਤਰ ਪ੍ਰਮਾਣ ਵੇਖਣ ਤੇ ਸਮਾਨ ਫਰੋਲਣ ਵਿੱਚ ਮਨੁੱਖ ਨੂੰ ਕੋਈ ਘਟੀਆਪਣ ਦਾ ਅਹਿਸਾਸ ਨਾ ਹੋਵੇ। ਮਤਲਬ ਘਟੀਆ ਹੋਣ ਦਾ ਅਹਿਸਾਸ ਪਕਿਆਂਦਾ ਰਹਿੰਦਾ ਹੈ ਜੋ ਮਨੁੱਖ ਉੱਥੇ ਸਮਾਨ ਫਰੋਲਦੇ ਹਨ। ਇਹ ਉਹਨਾਂ ਨੇ ਕਿਹਾ। ਮਨੁੱਖ ਹੋਣ ਦਾ ਪੂਰਾ ਸਵਾਦ ਮਨੁੱਖ ਨੂੰ ਉਦੋਂ ਹੀ ਆਵੇਗਾ ਜਦੋਂ ਮਨੁੱਖ ਦੇ ਮੂੰਹ ਦਾ ਲਫ਼ਜ਼ ਲਿਖੇ ਹੋਏ ਅਸ਼ਟਾਮ ਨਾਲੋਂ ਵਧੇਰੇ ਇਤਬਾਰੀ ਗਿਣਿਆ ਜਾਏਗਾ ਤੇ ਪਾਸਪੋਰਟ ਜਾਂ ਰਾਹਦਾਰੀ ਪੱਤਰ ਦੀ ਲੋੜ ਨਹੀਂ ਪਏਗੀ। ਰਾਹਦਾਰੀ ਪੱਤਰ ਵੀਜ਼ੇ ਨੂੰ ਕਿਹਾ ਵੀ ਕੋਈ ਲੋੜ ਨਹੀਂ ਰਹੇਗੀ। ਮੈਨੂੰ ਸਾਰੇ ਮੁਲਕਾਂ ਦੇ ਲੋਕ ਬੜੇ ਚੰਗੇ ਲੱਗੇ। ਸਾਰੀਆਂ ਧਰਤੀਆਂ ਬੜੀਆਂ ਪਿਆਰੀਆਂ ਲੱਗੀਆਂ। ਪਰ 2 ਦਿਨ ਪਛੜ ਕੇ ਜ਼ਿਊਰਿਖ ਪਹੁੰਚਿਆ। ਇੱਥੇ ਐਲਜ਼ੀ ਦੀ ਤਾਰ ਮੇਰੀ ਸੁੱਖ ਪੁੱਛ ਰਹੀ ਸੀ। ਉਸਨੇ ਅਖਬਾਰ ਵਿੱਚ ਬਰਫ਼ ਨਾਲ ਟਕਰਾਈ ਗੱਡੀ ਦਾ ਹਾਲ ਪੜ੍ਹਿਆ ਸੀ ਤੇ ਹਾਦਸਾ ਪ੍ਰੋਗਰਾਮ ਦੀਆਂ ਜੋ ਤਰੀਕਾਂ ਦੇ ਨੇੜੇ ਤੇੜੇ ਸਨ ਨਾ, ਉਹ ਸਾਰੀਆਂ ਉਹਨਾਂ ਨੇ ਦੇਖੀਆਂ ਸਨ ਤੇ ਇਸ ਕਰਕੇ ਉਹਨਾਂ ਨੂੰ ਚਿੰਤਾ ਹੋਣ ਲੱਗੀ ਸੀ। ਪਰ ਪ੍ਰਦੇਸ਼ ਵਿੱਚ ਦੇਸ਼ ਦਾ ਨਿੱਘਾ ਜੋ ਇੱਕ ਸਵਾਗਤ ਸੀ, ਉਹ ਉਹਨਾਂ ਨੇ ਦੇਖ ਕੇ ਉਹਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਸੀ ਕਿ ਲੇਖਕ ਨੂੰ, ਠੀਕ ਹੈ ਨਾ। ਮੈਂ ਸਾਰੀ ਤਾਰ ਐਲਜ਼ੀ ਨੂੰ ਦਿੱਤੀ ਤੇ ਇੱਕ ਚੰਗਾ ਜਿਹਾ ਖੱਤ ਲਿਖਿਆ। ਪਾਟਸਡੈਮ ਵਿੱਚ ਮਾਸਟਰ MN ਰਾਏ ਦੀ ਪਤਨੀ ਨੇ ਮੈਨੂੰ ਤਾਕੀਦ ਕੀਤੀ ਸੀ ਕਿ ਜ਼ਿਊਰਿਖ ਵਿੱਚ ਉਹਦੇ ਪਤੀ ਨੂੰ ਮੈਂ ਢੂੰਡ ਕੇ ਮਿਲਾਂ। ਉਹਨਾਂ ਨੂੰ ਮੈਂ ਲੱਭ ਹੀ ਲਿਆ, ਪਰ ਜਿਹੜਾ ਮੈਂ ਉਹਨਾਂ ਦਾ ਨਾਂ ਸੁਣਿਆ ਹੋਇਆ ਸੀ ਓਡੇ ਉਹ ਮੈਨੂੰ ਜਾਪੇ ਨਾ। ਉਹਦਾ ਕਾਰਨ ਸ਼ਾਇਦ ਇਹ ਵੀ ਹੋਵੇ ਕਿ ਉਹ ਗਾਂਧੀ ਜੀ ਦੇ ਕੱਟੜ ਵਿਰੋਧੀ ਸਨ ਤੇ ਮੇਰਾ ਰਵੱਈਆ ਗਾਂਧੀ ਜੀ ਵੱਲ ਸ਼ਰਧਾ ਭਰਿਆ ਸੀ। ਉਹਨਾਂ ਦੇ ਖਿਆਲ ਵਿੱਚ ਹਿੰਦੁਸਤਾਨ ਦੀ ਹਰ ਔਹਰ ਦਾ ਕਾਰਨ ਗਾਂਧੀ ਜੀ ਦੀ ਪਿਛਾਂਹ ਖਿੱਚੂ ਵਿਚਾਰਧਾਰਾ ਸੀ। ਕਿੰਨਾ ਹੀ ਸਾਹਿਤ ਉਹਨਾਂ ਮੈਨੂੰ ਹਿੰਦੁਸਤਾਨ ਲਿਜਾਣ ਲਈ ਦਿੱਤਾ। ਇਸ ਸਾਹਿਤ ਦੀ ਸਭ ਤੋਂ ਵੱਡੀ ਕਿਤਾਬ ਉਹਨਾਂ ਦੀ ਆਪਣੀ ਰਚਨਾ ਸੀ, ਗਾਂਧੀ ਦੀਆਂ ਗਲਤੀਆਂ। ਮਿਸਟਰ ਰਾਏ ਨਾਲ ਭੁਗਤ ਕੇ ਮੈਂ ਜ਼ਿਊਰਿਖ ਸ਼ਹਿਰ ਵੇਖਿਆ। ਬੜਾ ਹੀ ਸਾਫ਼ ਸ਼ਹਿਰ ਹੈ। ਜ਼ਿਊਰਿਖ ਝੀਲ ਦਾ ਦ੍ਰਿਸ਼ ਬੜਾ ਹੀ ਪਿਆਰਾ ਲੱਗਾ। ਸਵਿਸ ਹੋਟਲਾਂ ਦੀ ਸੇਵਾ ਯੂਰਪ ਵਿੱਚ ਮਸ਼ਹੂਰ ਹੈ। ਹੋਟਲ ਸੇਵਾ ਵਿੱਚ ਇਹ ਲੋਕ ਉਸਤਾਦ ਮੰਨੇ ਜਾਂਦੇ ਹਨ। ਇਹ ਆਪਣੇ ਸ਼ਹਿਰ ਨੂੰ ਬੜਾ ਸੋਹਣਾ ਰੱਖਣ ਦਾ ਯਤਨ ਕਰਦੇ ਹਨ। ਕਿਸੇ ਨੇ ਸੱਚ ਆਖਿਆ ਹੈ ਕਿ ਸੋਹਣੇ ਕੱਪੜੇ ਪਾਉਣ ਵਾਲੇ ਲੋਕ ਇੰਨਾ ਖਰਚ ਸਿਰਫ ਆਪਣੇ ਸ਼ੌਂਕ ਲਈ ਨਹੀਂ ਕਰਦੇ ਜਿੰਨਾ ਦੂਜਿਆਂ ਦੀਆਂ ਅੱਖਾਂ ਵਿੱਚ ਚੰਗਾ ਲੱਗਣ ਲਈ, ਤੇ ਜਿੰਨਾ ਕੋਈ ਦੂਜਿਆਂ ਤੋਂ ਬੇਪਰਵਾਹ ਹੋਵੇ ਓਨਾ ਹੀ ਉਹ ਆਪਣੀ ਪੋਸ਼ਾਕ ਤੋਂ ਬੇਪਰਵਾਹ ਹੁੰਦਾ ਹੈ। ਸਵਿਸ ਲੋਕਾਂ ਵਿੱਚ ਠਰਕ ਹੈ ਕਿ ਉਹਨਾਂ ਦਾ ਮੁਲਕ ਦੂਜਿਆਂ ਨੂੰ ਚੰਗਾ ਲੱਗੇ। ਹਰ ਸ਼ਹਿਰੀ ਨੂੰ ਇਸ ਗੱਲ ਦਾ ਚੇਤਾ ਰਹਿੰਦਾ ਹੈ ਕਿ ਉਹਨਾਂ ਦਾ ਮੁਲਕ ਦੂਜਿਆਂ ਦੀ ਸੈਰਗਾਹ ਹੈ। ਇਸ ਲਈ ਇਹਦੀ ਸਫਾਈ ਉੱਤੇ, ਇਹਦੀ ਸ਼ੋਹਰਤ ਉੱਤੇ ਕੋਈ ਧੱਬਾ ਨਾ ਲੱਗੇ। ਮੇਰਾ ਉਦੋਂ ਇਹ ਅਨੁਮਾਨ ਸੀ ਕਿ ਸਵਿਟਜ਼ਰਲੈਂਡ ਯੂਰਪ ਦਾ ਸਭ ਤੋਂ ਸਾਫ਼ ਮੁਲਕ ਹੈ ਤੇ ਸਫਾਈ ਵਿੱਚ ਕਈ ਆਤਮਿਕ ਗੁਣ ਵੀ ਹੁੰਦੇ ਹਨ। ਜ਼ਿਊਰਿਖ ਤੋਂ ਕੁਝ ਫਾਸਲੇ ਉੱਤੇ ਸੈਂਟ ਮੋਰੀਟਸ ਇਸ ਮੁਲਕ ਦੀ ਸਿਆਲੇ ਦੀ ਸੈਰਗਾਹ ਹੈ। ਹਰ ਕਿਸਮ ਦੀਆਂ ਖੇਡਾਂ ਇੱਥੇ ਹੁੰਦੀਆਂ ਹਨ। ਸਿਆਲ ਵਿੱਚ ਇੰਨੀ ਬਰਫ਼ ਪਈ ਹੁੰਦੀ ਹੈ ਕਿ ਸਾਰਾ ਸਮਾਂ ਧਰਤੀ ਦੀ 1 ਇੰਚ ਵੀ ਬਰਫ਼ ਤੋਂ ਖਾਲੀ ਨਹੀਂ ਹੁੰਦੀ। ਬਿਜਲੀ ਦੀਆਂ ਤਾਰਾਂ ਵੀ ਚਿੱਟੀਆਂ ਰਹਿੰਦੀਆਂ ਹਨ। 2 ਦਿਨ ਦੇ ਪਛੜੇਵੇਂ ਕਰਕੇ ਇੱਥੇ ਹੋਟਲ ਵਿੱਚ ਮੈਨੂੰ ਆਪਣੀ ਰਾਖਵੀਂ ਕਰਾਈ ਥਾਂ ਨਾ ਮਿਲੀ। ਪਹਿਲਾ ਅਸਰ ਤਾਂ ਇਹੋ ਜਿਹੀ ਘਟਨਾ ਦਾ ਨਿਰਾਸ਼ਤਾ ਹੀ ਹੁੰਦਾ ਹੈ, ਪਰ ਮੇਰਾ
ਤਜਰਬਾ ਮੈਨੂੰ ਦੱਸਦਾ ਹੈ ਕਿ ਜਦੋਂ ਕਦੇ ਬਿਨਾਂ ਆਪਣੇ ਕਸੂਰ ਮੇਰਾ ਪ੍ਰੋਗਰਾਮ ਥਿੜਕ ਜਾਏ ਤਾਂ ਬਹੁਤੀ ਵਾਰੀ ਕੋਈ ਦਿਲਚਸਪ ਜੋੜ ਜੁੜ ਜਾਂਦਾ ਹੈ। ਮੈਨੂੰ ਸ਼ਰਮ ਆਈ ਕਿ ਮੈਂ ਆਪਣੇ ਦੇਸ਼ ਦੀ ਖੂਬਸੂਰਤੀ ਤੋਂ ਵਾਕਫ ਨਹੀਂ ਸਾਂ, ਪਰ ਹੋਰ ਵੀ ਗੱਲਾਂ ਉਹਨਾਂ ਨੂੰ ਬਹੁਤ ਪਰੇਸ਼ਾਨ ਕਰ ਰਹੀਆਂ ਸਨ, ਕਿਉਂਕਿ ਉਹ ਸੋਚ ਰਹੇ ਸਨ, ਠੀਕ ਹੈ, ਪਰ ਹੋ ਵੀ ਕਿਸ ਤਰ੍ਹਾਂ ਸਕਦਾ ਸਾਂ। ਮੇਰੇ ਲਈ ਤਾਂ ਆਪਣੀ ਪੜ੍ਹਾਈ ਦੀ ਫੀਸ ਦੇਣਾ ਜਾਂ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਹਮੇਸ਼ਾ ਬੜੇ ਔਖੇ ਸਵਾਲ ਬਣੇ ਰਹੇ ਸਨ। ਵੇਖਣ ਜਾਣਨ ਦੇ ਪਿਆਰ ਦੀ ਸਿੱਕ ਨੇ ਮੇਰੇ ਪੈਰੀਂ ਚੱਕਰ ਪਾਏ ਤੇ ਮੈਂ ਇੱਥੇ ਪਹੁੰਚ ਗਿਆ ਸਾਂ। ਇਹ ਸਿੱਕ ਮੈਨੂੰ ਕਦੇ ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਵਿੱਚ ਵੀ ਲੈ ਜਾਏਗੀ, ਮੈਂ ਆਸ ਕੀਤੀ। ਪਰ ਜਿਸ ਇਸਤਰੀ ਦੇ ਘਰ ਮੈਨੂੰ ਰਿਹਾਇਸ਼ ਮਿਲੀ ਸੀ, ਉਹਦਾ ਦਿਲ ਕਿਸੇ ਸੋਹਣੀ ਵਾਦੀ ਨਾਲੋਂ ਘੱਟ ਸੋਹਣਾ ਨਹੀਂ ਸੀ। 1-2 ਦਿਨ ਵਿੱਚ ਹੀ ਉਹਨੂੰ ਰੋਜ਼ਾਨਾ ਮੇਰੀ ਘਰ ਵਾਪਸੀ ਦੀ ਉਡੀਕ ਹੋਣ ਲੱਗ ਪਈ। ਉਹ ਚਿੰਤਾ ਕਰਨ ਲੱਗ ਪਈ ਕਿ ਮੇਰਾ ਵੱਡਾ ਕੋਟ ਭਾਰਾ ਨਹੀਂ ਸੀ, ਮੈਂ ਸ਼ਰਾਬ ਨਹੀਂ ਸੀ ਪੀਂਦਾ, ਮੈਂ ਚਾਹ ਵੀ ਨਹੀਂ ਸਾਂ ਪੀਂਦਾ। ਜਦੋਂ ਠੰਡ ਬਹੁਤ ਹੋ ਜਾਂਦੀ ਤਾਂ ਉਹ ਮੇਰਾ ਰਾਹ ਤੱਕਦੀ ਰਹਿੰਦੀ ਮਤੇ ਮੈਨੂੰ ਕੁਝ ਹੋ ਗਿਆ ਹੋਵੇ। ਉਹਨੂੰ ਯਕੀਨ ਦਿਵਾਉਣ ਦੀ ਲੋੜ ਮੈਨੂੰ ਕਈ ਵਾਰ ਪੈ ਜਾਂਦੀ। ਮੈਂ ਉਹਨੂੰ ਦੱਸਦਾ ਕਿ ਮੇਰੀ ਸਿਹਤ ਬੜੀ ਚੰਗੀ ਸੀ। ਪਿਛਲੇ 4 ਸਾਲਾਂ ਵਿੱਚ ਸਿਰਫ 1 ਦਿਨ ਮੈਂ ਕੰਮ ਤੋਂ ਛੁੱਟੀ ਲਈ ਸੀ। ਸੁਣ ਕੇ ਉਹ ਬੜੀ ਖੁਸ਼ ਹੋ ਜਾਂਦੀ, ਪਰ ਜ਼ਰਾ ਦੇਰੀ ਲੱਗੀ ਨਹੀਂ ਕਿ ਮੈਨੂੰ ਠੰਡ ਲੱਗਣ ਦੇ ਕਾਰਨ ਉਹਨਾਂ ਨੂੰ ਚਿੰਤਾ ਹੁੰਦੀ ਰਹਿੰਦੀ ਸੀ। ਇਹ ਉਹਨਾਂ ਨੇ ਦੱਸਿਆ ਵੀ ਪਰਾਏ ਮੁਲਕ ਦੇ ਵਿੱਚ ਉਹਨਾਂ ਦੀ ਕੋਈ ਪਰਵਾਹ ਕਰਨ ਵਾਲਾ ਸੀ। ਉਸਨੇ ਰਾਤ ਖਾਣਾ ਮੇਰੇ ਨਾਲ ਖਾਣ ਵਿੱਚ ਖੁਸ਼ੀ ਦੱਸੀ ਸੀ ਤੇ ਉਹ ਮੈਨੂੰ ਉਡੀਕਦੀ ਰਹਿੰਦੀ। ਰਾਤੀ ਉਹਦਾ ਮੇਰੇ ਕੋਲ ਬੈਠੇ ਰਹਿਣਾ ਲੰਮਾ ਹੁੰਦਾ ਗਿਆ। ਉਹ ਇੱਕ ਵਿਧਵਾ ਇਸਤਰੀ ਸੀ। ਉਸਦੇ 2 ਬੱਚੇ ਸਨ। ਵੱਡੀ ਕੁੜੀ 13 ਵਰ੍ਹਿਆਂ ਦੀ ਸੀ। ਆਪਣੇ ਘਰ ਵਿੱਚ ਮਹਿਮਾਨ ਰੱਖ ਕੇ ਉਹ ਗੁਜ਼ਾਰਾ ਕਰਦੀ ਸੀ, ਪਰ ਬੜਾ ਚੰਗਾ ਗੁਜ਼ਾਰਾ ਜਾਪਦਾ ਸੀ। ਉਹਦੇ ਘਰ ਨਾਲੋਂ ਵੱਡਾ ਘਰ ਤਾਂ ਹਿੰਦੁਸਤਾਨ ਵਿੱਚ ਅਨੇਕਾਂ ਅਮੀਰਾਂ ਦੇ ਵੀ ਘਰ ਹੋਣਗੇ, ਪਰ ਐਡਾ ਸਾਫ਼, ਐਡਾ ਸਜਿਆ, ਲੋੜੀਂਦੇ ਸਮਾਨ ਨਾਲ ਐਡਾ ਭਰਪੂਰ ਤੇ ਸਮਾਨ ਦੀ ਇੱਕ ਚੀਜ਼ ਇੰਨੀ ਵਧੀਆ ਕਿਸੇ ਵਿਰਲੇ ਅਮੀਰ ਤੋਂ ਅਮੀਰ ਦੇ ਘਰ ਹੀ ਹੋ ਸਕਦੀ ਸੀ। ਘੱਟ ਤੋਂ ਘੱਟ ਮੈਂ ਕੋਈ ਹਿੰਦੁਸਤਾਨੀ ਘਰ ਉਸ ਵੇਲੇ ਤੱਕ ਉਸ ਦੇ ਵਰਗਾ ਨਹੀਂ ਦੇਖਿਆ ਸੀ। ਉਹਨਾਂ ਨੇ ਘਰ ਦੀ ਗੱਲ ਕੀਤੀ ਹੈ ਵੀ ਉਹਨਾਂ ਦੇ ਘਰ ਵਰਗਾ ਘਰ ਉਹਨਾਂ ਨੇ ਨਹੀਂ ਸੀ ਦੇਖਿਆ ਉਸ ਔਰਤ ਦੇ ਜਿੱਥੇ ਉਹ ਰਹਿੰਦੇ ਸਨ। ਟਾਲਸਟਾਏ ਦੇ ਸਾਹਿਤ ਦਾ ਮੇਰੇ ਉੱਤੇ ਬੜਾ ਪ੍ਰਭਾਵ ਸੀ, ਪਰ ਮੈਨੂੰ ਸਮਾਜਵਾਦੀ ਨਿਜ਼ਾਮ ਬਾਰੇ ਕੋਈ ਬਹੁਤਾ ਗਿਆਨ ਨਹੀਂ ਸੀ। ਮੇਰੇ ਦਿਲ ਵਿੱਚ ਸਵਿਸ ਨਿਜ਼ਾਮ ਦੀ ਬੜੀ ਕਦਰ ਪੈਦਾ ਹੋ ਗਈ, ਜਿਸ ਦੇ ਜ਼ਰੀਏ ਲੋਕਾਂ ਦਾ ਜੀਵਨ ਪੱਧਰ ਐਡਾ ਉੱਚਾ ਹੋ ਗਿਆ ਸੀ, ਖਾਸ ਕਰਕੇ ਜਦੋਂ ਸਵਿਟਜ਼ਰਲੈਂਡ ਕੋਈ ਸਾਮਰਾਜਵਾਦੀ ਜਾਂ ਸਾਮਰਾਜੀ ਦੇਸ਼ ਨਹੀਂ ਸੀ। ਇਸ ਦਾ ਕਿਸੇ ਏਸ਼ੀਆਈ ਮੁਲਕ ਉੱਤੇ ਕਬਜ਼ਾ ਨਹੀਂ ਸੀ। ਇੱਥੇ ਮੈਨੂੰ ਸਭ ਵੇਖੇ ਹੋਏ ਮੁਲਕਾਂ ਵਿੱਚੋਂ ਘੱਟ ਗਰੀਬੀ ਦਿਸੀ, ਕਿਉਂਕਿ ਉਹ ਸਾਫ਼ ਸੁਥਰਾ ਬਹੁਤ ਹੈ। ਇਉਂ ਵੀ ਕਹਿ ਸਕਦੇ ਹਾਂ ਕਿ ਥੋੜ੍ਹੇ ਸਮੇਂ ਵਿੱਚ ਮੈਂ ਕੋਈ ਗਰੀਬ ਮਨੁੱਖ ਉੱਥੇ ਨਹੀਂ ਵੇਖਿਆ। ਜਿਸ ਘਰ ਵਿੱਚ ਵੀ ਵੜਿਆ ਮੈਨੂੰ ਬੜਾ ਚੰਗਾ ਦਿਸਿਆ। ਕੋਈ ਕੰਗਾਲ ਕੋਠੜੀ ਮੇਰੇ ਵੇਖਣ ਵਿੱਚ ਨਾ ਆਈ। ਹੋਰਨਾਂ ਮੁਲਕਾਂ ਵਿੱਚ ਭਾਵੇਂ ਮੈਂ 1 ਹਫ਼ਤਾ ਹੀ ਰਿਹਾ ਹੋਵਾਂ, ਗਰੀਬੀ ਮੈਨੂੰ ਦਿਸ ਪਈ ਸੀ। ਪ੍ਰਸ਼ੰਸਾ ਦਾ ਹੁਨਰ ਸਵਿਸ ਮੇਜ਼ਬਾਨ ਇਸਤਰੀਆਂ ਵਿੱਚ ਸੁਭਾਵਿਕ ਹੁੰਦਾ ਹੈ, ਪਰ ਜਿਹੜੀ ਪ੍ਰਸ਼ੰਸਾ ਮੇਰੀ ਮੇਜ਼ਬਾਨ ਮੇਰੀ ਕਰਦੀ, ਸਾਰੇ ਦਿਨ ਦੀ ਥਕਾਵਟ ਠੰਡੇ 4 ਲਫ਼ਜ਼ਾਂ ਨਾਲ ਦੂਰ ਕਰ ਦਿੰਦੀ। ਬੜੇ ਮਹਿਮਾਨ ਮੇਰੇ ਘਰ ਰਹਿ ਕੇ ਗਏ ਹਨ। ਉਹਨਾਂ ਦੇ ਨਾਂ ਸਿਰਫ ਮੇਰੇ ਰਜਿਸਟਰ ਵਿੱਚ ਲਿਖੇ ਰਹਿ ਗਏ ਨੇ। ਤੇ ਇੰਨਾ ਕਹਿ ਕੇ ਉਹ ਚੁੱਪ ਕਰ ਗਈ। ਮੈਂ ਵੀ ਆਪਣਾ ਨਾਂ ਇਸੇ ਰਜਿਸਟਰ ਵਿੱਚ ਲਿਖ ਜਾਵਾਂਗਾ, ਪਰ ਉਹ ਉੱਥੇ ਹੀ ਲਿਖਿਆ ਨਹੀਂ ਰਹਿਣਾ ਤੇ ਅੱਗੇ ਉਹ ਫੇਰ ਰੁਕ ਗਈ। ਉਦੋਂ ਚੰਗੇਰੀ ਕਿਹੜੀ ਕਿਸਮਤ ਉਹਨੂੰ ਮਿਲਣ ਵਾਲੀ ਹੈ। ਮੈਂ ਕੁਝ ਬੁੱਝ ਲਿਆ ਸੀ। ਆਪਣੀ ਬੀਬੀ ਛਾਤੀ ਉੱਤੇ ਹੱਥ ਰੱਖ ਕੇ ਉਸ ਆਖਿਆ, ਇਹ ਨਾ ਮੈਂ ਇੱਥੇ ਪਰੋ ਕੇ ਰੱਖਾਂਗੀ। ਤੁਸਾਂ 7 ਦਿਨਾਂ ਵਿੱਚ ਮੇਰੇ ਘਰ ਦੀ ਹਰ ਚੀਜ਼ ਉੱਤੇ ਨਵੀਂ ਭਾਅ ਚਾੜ ਦਿੱਤੀ ਹੈ। ਉਹ ਕਿਸ ਤਰ੍ਹਾਂ? ਮੈਂ ਖੁਸ਼ ਹੋ ਕੇ ਪੁੱਛਿਆ। ਇਹਦਾ ਮੈਨੂੰ ਪਤਾ ਨਹੀਂ, ਇਹ ਸਗੋਂ ਮੈਂ ਤੁਹਾਤੋਂ ਪੁੱਛਣ ਵਾਲੀ ਸਾਂ। ਇਹਦਾ ਕਾਰਨ ਕੀ ਹੈ? ਕਿਉਂ ਹਰ ਚੀਜ਼ ਦਾ ਰੂਪ ਬਦਲ ਗਿਆ ਹੈ? ਕਿਉਂ ਹਰ ਚੀਜ਼ ਵਿੱਚੋਂ ਮੈਨੂੰ ਨਵੇਂ ਅਰਥ ਲੱਭਣ ਲੱਗ ਪਏ ਹਨ? ਉਹਦੇ ਮੂੰਹ ਉੱਤੇ ਬੜੀ ਮਿੱਠੀ ਜਿਹੀ ਤਸੱਲੀ ਦਾ ਪ੍ਰਭਾਵ ਸੀ, ਤੇ ਜਿਸ ਤਰ੍ਹਾਂ ਇੱਕ ਖਿਣ ਲਈ ਮੇਰੇ ਮਨ ਆਇਆ ਸੀ ਜੇ ਉਹਦੇ ਗਲ ਮੈਂ ਬਾਹਾਂ ਪਾ ਦਿੰਦਾ ਤਾਂ ਵੀ ਮੇਰਾ ਯਕੀਨ ਹੈ ਉਹਨੂੰ ਕੋਈ ਓਪਰਾ ਨਹੀਂ ਸੀ ਜਾਪਣਾ। ਪਰ ਮੈਂ ਆਪਣੇ ਆਪ ਨੂੰ ਰੋਕ ਲਿਆ।
ਤੇ ਉਹਨੂੰ ਆਪਣੇ ਅੰਦਾਜ਼ ਵਿੱਚ ਦੱਸਿਆ, ਮਨੁੱਖ ਦਾ ਮਨੁੱਖ ਨਾਲ ਮੇਲ ਹਮੇਸ਼ਾ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ। ਅੱਗੇ ਤੁਹਾਡੇ ਘਰ ਬੜੇ ਚੰਗੇ ਮਹਿਮਾਨ ਆਉਂਦੇ ਰਹੇ ਹਨ, ਜਿਹੜੇ ਤੁਹਾਡੀ ਸੇਵਾ ਉੱਤੇ ਪ੍ਰਸੰਨ ਹੋ ਜਾਂਦੇ ਤੇ ਤੁਹਾਨੂੰ ਆਪਣੀ ਸਖਾਵਤ ਨਾਲ ਪ੍ਰਸੰਨ ਕਰ ਜਾਂਦੇ ਸਨ। ਪਰ ਅੱਜ ਤੁਹਾਡੇ ਘਰ ਉਹ ਮਨੁੱਖ ਆਇਆ ਹੈ ਜਿਹਦੀ ਮਨੁੱਖ ਮਿਲਣੀ ਦੀ ਭੁੱਖ ਅਮਿੱਟ ਹੈ। ਕਿਸੇ ਦਿਲ ਦਾ ਦਰ ਰਤਾ ਵੀ ਖੁੱਲ੍ਹਾ ਵੇਖਿਆ ਨਹੀਂ ਕਿ ਉਹਦੀ ਰੂਹ ਉੱਡ ਅੰਦਰ ਜਾਣ ਲਈ ਫੜਫੜਾਈ ਨਹੀਂ। ਮਨੁੱਖੀ ਦਿਲ ਦੀ ਇਹੋ ਜਿਹੀ ਫੜਫੜਾਹਟ ਆਲੇ ਦੁਆਲੇ ਵਿੱਚ ਨਵੇਂ ਅਰਥ ਫੜਕਾ ਦਿੰਦੀ ਹੈ। ਮੈਨੂੰ ਸੇਵਾ ਦੀ ਇੱਛਾ ਨਹੀਂ, ਮੇਰੇ ਕੋਲ ਸਖਾਵਤ ਦੱਸਣ ਦਾ ਕੋਈ ਸਨਮਾਨ ਨਹੀਂ ਸੀ, ਪਰ ਤੁਹਾਡੇ ਦਿਲ ਦੇ ਅਣਮਿੱਟੇ ਦਰਾਂ 'ਚੋਂ ਮੈਂ ਤੁਹਾਡੀ ਰੂਹ ਉੱਤੇ ਝਾਕ ਲਿਆ ਹੈ, ਤੇ ਜਦੋਂ ਕਦੇ ਇਉਂ ਕੋਈ ਝਾਕੇ, ਦੁਨੀਆ ਦਾ ਹੋਰ ਦਿਸਣਾ ਅਵੱਸ਼ ਹੈ। 2 ਦਿਨਾਂ ਬਾਅਦ ਆਪਣੀ ਵਿਦਾਇਗੀ ਉੱਤੇ ਮੈਂ ਉੱਥੇ ਰਿਹਾਇਸ਼ ਲਈ ਉਸਦੇ ਕੋਲੋਂ ਬਿੱਲ ਮੰਗਿਆ। ਮੇਰੀ ਮੇਜ਼ਬਾਨ ਦੇ ਬੁੱਲ੍ਹਾਂ ਉੱਤੇ ਕਿਸੇ ਝਾਕੇ ਦੀ ਰੁਕਾਵਟ ਸੀ, ਕਿਉਂਕਿ ਉਹ ਇੱਕ ਰਿਸ਼ਤਾ ਸਮਝਣ ਲੱਗ ਪਏ ਸਨ, ਭਾਵਨਾਵਾਂ ਵਾਲਾ, ਅਤੇ ਇਸ ਕਰਕੇ ਉਹ ਕਹਿੰਦੇ ਸਨ ਵੀ ਮੈਂ ਉਹਨਾਂ ਤੋਂ ਬਿੱਲ ਨਹੀਂ ਲੈ ਸਕਦੀ, ਪੈਸੇ ਨਹੀਂ ਲੈ ਸਕਦੀ। ਮੈਂ ਉਹਦੀ ਰੂਹਾਨੀ ਮਿਠਾਸ ਦੀ ਪ੍ਰਸ਼ੰਸਾ ਕੀਤੀ ਤਾਂ ਉਸਨੇ ਦਲੇਰ ਹੋ ਕੇ ਆਖਿਆ, ਜੇ ਇੱਕ ਬੇਨਤੀ ਮੇਰੀ ਮੰਨ ਸਕੋ, ਐਡੀ ਮਿੱਠੀ ਮੇਜ਼ਬਾਨ ਦੀ ਕਿਹੜੀ ਗੱਲ ਮੈਂ ਮੋੜ ਸਕਦਾ ਹਾਂ। ਬਸ ਇਹੋ ਕਿ ਮੈਨੂੰ ਮੇਜ਼ਬਾਨ ਨਾ ਸਮਝੋ, ਮੈਂ ਸਮਝਣਾ ਚਾਹੁੰਦੀ ਹਾਂ। ਤੁਸੀਂ ਕੀਮਤ ਦੇ ਕੇ ਮਹਿਮਾਨੀ ਲੈਣ ਮੇਰੇ ਕੋਲ ਨਹੀਂ ਸੋ ਆਏ, ਮੈਨੂੰ ਮਿਲਣਾ ਆਏ ਸੋ। ਮੇਰੀ ਬੇਰੰਗ ਦੁਨੀਆ ਵਿੱਚ ਕੋਈ ਰੰਗਲੀ ਲਕੀਰ ਖਿੱਚਣ ਆਏ ਸੋ। ਤੁਹਾਡੀ ਇਸ ਦਾਤ ਲਈ ਕੋਈ ਬਿੱਲ ਪੇਸ਼ ਕਰਦੀ ਮੈਂ ਚੰਗੀ ਨਹੀਂ ਲੱਗਦੀ। ਤੇ ਉਸਨੇ ਮੇਰਾ ਹੱਥ ਆਪਣੇ ਦੋਹੇ ਹੱਥਾਂ ਵਿੱਚ ਫੜ ਲਿਆ। ਤੁਹਾਡੀ ਮੰਗ ਮੈਥੋਂ ਮੋੜੀ ਵੀ ਨਹੀਂ ਜਾਂਦੀ ਤੇ ਮੰਨਿਆ ਮੇਰੇ ਦਿਲ ਨੂੰ ਬੇਆਰਾਮੀ ਰਹੇਗੀ। ਇਹ ਤੁਹਾਡਾ ਵਿਹਾਰ ਹੈ, ਤੁਹਾਡੇ ਬੱਚਿਆਂ ਦਾ ਗੁਜ਼ਾਰ ਹੈ। ਮੈਨੂੰ ਇਸ ਸਵਾਕਤ ਦੀ ਕਦਰ ਦਾ ਮੌਕਾ ਫੇਰ ਕਦੇ ਮਿਲਣਾ ਹੈ ਕਿ ਨਹੀਂ। ਪਰ ਇੱਕ ਪਲ ਸੋਚ ਕੇ ਮੈਂ ਆਖਿਆ, ਆਓ ਦੋਵੇਂ ਅਸੀਂ ਇੱਕ ਦੂਜੇ ਦੀ ਗੱਲ ਮੰਨ ਲਈਏ। ਮੈਂ ਤੁਹਾਡੀ ਕੋਈ ਗੱਲ ਨਹੀਂ ਮੋੜ ਸਕਾਂਗੀ। ਮੈਂ ਵੀ ਤੁਹਾਡੀ ਗੱਲ ਮੰਨਣ ਲਈ ਅੱਜ ਜਾਣਾ, ਕੱਲ੍ਹ ਤੱਕ ਮੁਲਤਵੀ ਕਰਦਾ ਹਾਂ। ਤੁਸੀਂ ਅੱਜ ਤੱਕ ਦਾ ਬਿੱਲ ਮੇਰੇ ਕੋਲੋਂ ਲੈ ਲਵੋ ਤੇ ਅੱਜ ਤੋਂ ਮੈਂ ਤੁਹਾਡਾ ਮਹਿਮਾਨ ਨਹੀਂ, ਉਹੀ ਕੁਝ ਹਾਂ ਜੋ ਤੁਸੀਂ ਮੈਨੂੰ ਸਮਝਣਾ ਚਾਹੁੰਦੇ ਹੋ। ਉਹਦਾ ਚਿਹਰਾ ਖਿੜ ਗਿਆ। ਤਾਂ ਤੁਸੀਂ ਅੱਜ ਨਹੀਂ ਜਾਓਗੇ? ਤੇ ਉਸਨੇ ਆਪਣੀ ਧੀ ਨੂੰ ਆਵਾਜ਼ ਮਾਰੀ, ਮਿਸਟਰ ਸਿੰਘ ਅੱਜ ਸਾਡੇ ਕੋਲੋਂ ਨਹੀਂ ਜਾਣਗੇ, ਇੱਕ ਦਿਨ ਹੋਰ ਰਹਿਣਗੇ ਤੇ ਮਹਿਮਾਨ ਬਣ ਕੇ ਨਹੀਂ ਰਹਿਣਗੇ, ਸਾਡੇ ਆਪਣੇ ਬਣ ਕੇ ਰਹਿਣਗੇ। ਉਹ ਮਿਸਟਰ ਸਿੰਘ, ਤੇ ਜਿਸ ਗੱਲੇ ਉਸ ਰਾਤ ਉਹਦੀ ਖਾਤਰ ਮੈਂ ਆਪਣੇ ਆਪ ਨੂੰ ਰੋਕ ਲਿਆ ਸੀ, ਉਹ ਉਸਨੇ ਆਪ ਆਪਣੀ ਧੀ ਦੇ ਸਾਹਮਣੇ ਕਰ ਲਈ। ਸੋ ਹੁਣ ਬੱਚਿਓ ਆਪਾਂ ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਕਰਦੇ ਹਾਂ ਤੁਹਾਡੇ ਨਾਲ ਸਾਂਝੇ। ਸਭ ਤੋਂ ਪਹਿਲਾਂ ਤਾਂ ਇਸ ਦਾ ਸਾਰ ਹੀ ਆਉਂਦਾ ਹੈ, ਤੇ ਸਾਰ ਉਂਝ ਤਾਂ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ। ਸਵੈ ਜੀਵਨੀ ਅੰਸ਼ ਤੁਹਾਨੂੰ ਇੱਕ ਤਰ੍ਹਾਂ ਨਾਲ ਪੜ੍ਹ ਕੇ ਹੀ ਸੁਣਾਇਆ, ਵਿਆਖਿਆ ਵੀ ਕੀਤੀ ਹੈ, ਤੇ ਪਰ ਫਿਰ ਵੀ ਮੈਂ ਤੁਹਾਡੇ ਨਾਲ ਜੋ ਇਸ ਦੇ ਨਾਲ ਸੰਬੰਧਿਤ ਗੱਲਾਂ ਹਨ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੀ, ਤਾਂ ਜੋ ਦੁਬਾਰਾ ਤੁਹਾਨੂੰ ਉਹ ਸਾਰ ਦੇ ਰੂਪ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ। ਤੇ ਸਭ ਤੋਂ ਪਹਿਲਾਂ ਤਾਂ ਇਹੀ ਹੈ ਵੀ ਇਹ ਕਿਹਨਾਂ ਨੇ ਲਿਖਿਆ ਹੈ। ਆਪਾਂ ਕਹਾਂਗੇ ਵੀ ਇਹ ਗੁਰਬਖਸ਼ ਸਿੰਘ ਜੀ ਦੁਆਰਾ ਲਿਖਿਆ ਹੋਇਆ ਹੈ। ਤੇ ਉਹਨਾਂ ਦੀ ਸਵੈ ਜੀਵਨੀ ਕਿੱਥੋਂ ਲਿਆ ਇਹ ਅੰਸ਼ ਆ ਛੋਟਾ ਜਿਹਾ, ਮੇਰੀ ਕਹਾਣੀ। ਇਸ ਸਵੈ ਜੀਵਨੀ ਵਿੱਚ ਲੇਖਕ ਨੇ ਸਵਿਟਜ਼ਰਲੈਂਡ ਦੇ ਸ਼ਹਿਰ ਜ਼ਿਊਰਿਖ ਤੇ ਸੇਂਟ ਮੋਟਿਸ ਦੀ ਯਾਤਰਾ ਦਾ ਹਾਲ ਵਰਣਨ ਕੀਤਾ ਹੈ, ਜਿਸ ਵਿੱਚੋਂ ਉਸਦੀ ਸਿਹਤਮੰਦ ਜੀਵਨ ਦ੍ਰਿਸ਼ਟੀ, ਮਨੁੱਖੀ ਸੰਬੰਧਾਂ ਦੀ ਸਮਝ ਅਤੇ ਸੋਚ ਲਈ ਪਿਆਰ ਦਾ ਪਤਾ ਲੱਗਦਾ ਹੈ। ਲੇਖਕ ਗੱਡੀ ਵਿੱਚ ਸਵਾਰ ਹੋ ਕੇ ਜ਼ਿਊਰਿਖ ਸਵਿਟਜ਼ਰਲੈਂਡ ਵੱਲ ਚੱਲ ਪਿਆ। ਰਸਤੇ ਵਿੱਚ ਬਰਫ਼ਬਾਰੀ ਹੋਣ ਕਰਕੇ ਗੱਡੀ ਤਾਂ ਮਿਊਨਿਖ ਪੁੱਜ ਗਈ ਤੇ ਉੱਥੋਂ ਉਹ ਜ਼ਿਊਰਿਖ ਪੁੱਜਾ। ਉੱਥੇ ਉਹ ਐਮਨ ਰਾਏ ਨੂੰ ਮਿਲਿਆ। ਉਹ ਜ਼ਿਊਰਿਖ ਦੀ ਸੈਰ ਸਮੇਂ ਸ਼ਹਿਰ ਦੀ ਸਫਾਈ ਤੋਂ ਅਤਿਅੰਤ ਪ੍ਰਭਾਵਿਤ ਹੋਇਆ।
ਉਹ ਉੱਥੋਂ ਦੀ ਜਿਹੜੀ ਸੈਰਗਾਹ ਸੀ ਨਾ, ਉਹ ਉੱਥੇ ਸੇਂਟ ਮੋਟਿਸ ਵਿਖੇ ਗਿਆ। ਹੋਟਲ ਵਿੱਚ ਥਾਂ ਨਾ ਮਿਲਣ ਕਰਕੇ ਇੱਕ ਪਰਿਵਾਰ ਦੇ ਨਾਲ ਰਿਹਾ। ਪਰਿਵਾਰ ਦੀ ਵਿਧਵਾ ਇਸਤਰੀ ਨੇ ਆਪਣੇ ਵਰਤਾਓ ਨਾਲ ਲੇਖਕ ਨੂੰ ਮੋਹ ਲਿਆ। ਉਹ ਲੇਖਕ ਵਿੱਚ ਦਿਲਚਸਪੀ ਲੈਣ ਲੱਗੀ ਅਤੇ ਹਰ ਰੋਜ਼ ਰਾਤ ਦਾ ਖਾਣਾ ਲੇਖਕ ਨਾਲ ਖਾਣ ਲੱਗੀ। ਲੇਖਕ ਦੇ ਸੰਪਰਕ ਵਿੱਚ ਆ ਕੇ ਉਹ ਆਪਣੇ ਆਪ ਦੇ ਵਿੱਚ ਕੋਈ ਤਬਦੀਲੀ ਮਹਿਸੂਸ ਕਰਨ ਲੱਗੀ। ਫਲਸਰੂਪ ਉਹ ਲੇਖਕ ਤੋਂ ਰਿਹਾਇਸ਼ ਦਾ ਬਿੱਲ ਲੈਣ ਲਈ ਤਿਆਰ ਨਾ ਹੋਈ। ਅੰਤ ਲੇਖਕ ਨੇ ਇੱਕ ਦਿਨ ਲਈ ਉਸ ਦੇ ਕੋਲ ਰਹਿਣ ਦੀ ਇੱਛਾ ਕਰ ਲਈ, ਮਤਲਬ ਬਿੱਲ ਉਹਨੂੰ ਦਿੱਤਾ ਅਤੇ ਉਹਨੇ ਕਿਹਾ ਵੀ ਮੈਂ ਤੇਰੀ ਵੀ ਮੰਨ ਲੈਣਾ, ਤੂੰ ਮੇਰੀ ਮੰਨ, ਠੀਕ ਹੈ। ਅਤੇ ਹੁਣ ਆਪਾਂ ਪ੍ਰਸ਼ਨ ਉੱਤਰ ਕਰਦੇ ਹਾਂ। ਗੁਰਬਖਸ਼ ਸਿੰਘ ਨੂੰ ਸਵਿਟਜ਼ਰਲੈਂਡ ਦੇ ਸਵਿਸ ਲੋਕਾਂ ਦੀਆਂ ਕਿਹੜੀਆਂ-ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ? ਸਭ ਤੋਂ ਪਹਿਲਾਂ ਤਾਂ ਸਫਾਈ ਹੈ, ਵੀ ਉੱਥੇ ਬਹੁਤ ਸਫਾਈ ਹੈ। ਸਾਰੇ ਸ਼ਹਿਰ ਦੇ ਵਿੱਚ ਘਰ ਮਤਲਬ ਬਹੁਤ ਸੋਹਣੇ ਨੇ, ਹਰ ਕਿਸੇ ਦੀ ਜੋ ਆਪਣੀ ਆਪਣੀ ਸਮਰੱਥਾ ਦੇ ਅਨੁਸਾਰ ਉਹ ਸਫਾਈ ਰੱਖਦੇ ਨੇ ਅਤੇ ਜੋ ਚੀਜ਼ਾਂ ਹਨ ਉੱਥੇ ਉਹ ਰੱਖਦੇ ਨੇ। ਮਤਲਬ ਬਹੁਤ ਸਾਫ ਸੁਥਰਾ ਹੈ, ਬਹੁਤ ਸੋਹਣਾ ਸ਼ਹਿਰ ਹੈ। ਮਨੁੱਖੀ ਵਿਤਕਰੇ ਰਹਿਤ, ਉੱਥੇ ਕੋਈ ਵੀ ਵਿਤਕਰਾ ਨਹੀਂ ਕਰਦਾ ਹੈਗਾ। ਰੰਗਾਂ ਦੇ ਵਿੱਚ, ਨਸਲਾਂ ਦੇ ਵਿੱਚ ਸ਼ੁਭ ਇਛਾਵਾਂ ਨਾਲ ਭਰਪੂਰ ਹੈ ਉਹ, ਠੀਕ ਹੈ ਨਾ। ਹਰ ਵਕਤ ਖੁਸ਼ਹਾਲੀ ਲੋਚਦੇ ਨੇ ਉਹ। ਉੱਚਾ ਜੀਵਨ ਪੱਧਰ ਰੱਖਦੇ ਨੇ, ਮਤਲਬ ਗਰੀਬੀ ਨਾ ਮਾਤਰ ਦਿਖੀ ਸੀ ਲੇਖਕ ਨੂੰ, ਠੀਕ ਹੈ ਨਾ। ਹਰ ਕਿਸੇ ਦਾ ਘਰ ਬੜਾ ਚੰਗਾ, ਵਧੀਆ, ਮਤਲਬ ਸੋਹਣਾ ਲੱਗਿਆ ਉਸਨੂੰ। ਪ੍ਰਸ਼ੰਸਾ ਦਾ ਹੁਨਰ ਉਹਨਾਂ ਦੇ ਵਿੱਚ ਬਹੁਤ ਹੈ, ਹਰ ਕਿਸੇ ਦੀ ਬਹੁਤ ਸੋਹਣੀ ਪ੍ਰਸ਼ੰਸਾ ਕਰਦੇ ਨੇ, ਠੀਕ ਹੈ ਨਾ। ਅੱਗੇ ਆ ਗਿਆ ਲੇਖਕ ਆਪਣੀ ਸਵਿਸ ਮੇਜ਼ਬਾਨ ਦਾ ਉਹਦੇ ਕਿਹੜੇ ਗੁਣਾਂ ਕਰਕੇ ਪ੍ਰਸ਼ੰਸਕ ਬਣ ਗਿਆ ਸੀ? ਅਤੇ ਉਹ ਬਹੁਤ ਚੰਗੀ ਇਸਤਰੀ ਸੀ, ਠੀਕ ਹੈ ਨਾ। ਮਤਲਬ ਇੰਨਾ ਸੋਹਣਾ ਦਿਲ ਸੀ ਉਸਦਾ, ਇੰਨੀ ਸੋਹਣੀ ਵਾਦੀ ਦੇ ਵਿੱਚ ਉਹ ਰਹਿੰਦੀ ਸੀ। ਘਰ ਉਸਨੇ ਬਹੁਤ ਸੋਹਣਾ ਸਾਫ ਸੁਥਰਾ ਰੱਖਿਆ ਹੋਇਆ ਸੀ। ਵੀ ਉਹ ਦੱਸਦੇ ਸਨ ਕਿ ਭਾਰਤ ਦੇ ਵਿੱਚ ਚਾਹੇ ਜਿੰਨੇ ਵੀ ਅਮੀਰ ਲੋਕ ਹਨ, ਪਰ ਜੋ ਉਸਦੇ ਘਰ ਦੇ ਵਿੱਚ ਸਮਾਨ ਸੀ ਢੰਗ ਨਾਲ ਰੱਖਿਆ ਹੋਇਆ ਸੀ, ਉਹਨਾਂ ਕਿਤੇ ਵੀ ਨਹੀਂ ਸੀ। ਅਤੇ ਉਹ ਹਰ ਵਕਤ ਲੇਖਕ ਦੀ ਫਿਕਰ ਕਰਦੀ ਸੀ। ਉਸ ਕੋਲ ਕੋਟ ਭਾਰਾ ਨਹੀਂ ਸੀ, ਕਿਉਂਕਿ ਉੱਥੇ ਬਰਫ਼ ਬਹੁਤ ਪੈਂਦੀ ਸੀ, ਠੰਡ ਬਹੁਤ ਸੀਗੀ। ਅਤੇ ਉਹ ਸ਼ਰਾਬ ਵੀ ਨਹੀਂ ਸੀ ਪੀਂਦਾ, ਚਾਹ ਵੀ ਨਹੀਂ ਸੀ ਪੀਂਦਾ, ਹੈ ਨਾ। ਇਸ ਕਰਕੇ ਉਹ ਜਦੋਂ ਤੱਕ ਨਹੀਂ ਸੀ ਆਉਂਦਾ ਉਸ ਦਾ ਧਿਆਨ ਰੱਖਦੀ ਸੀ ਵੀ ਉਹ ਆਇਆ ਨਹੀਂ। ਅਤੇ ਬਾਹਰ ਵੀ ਲੇਖਕ ਨੂੰ ਇੱਦਾਂ ਹੁੰਦਾ ਸੀ ਵੀ ਉਹਦਾ ਕੋਈ ਆਪਣਾ ਹੈ। ਮਤਲਬ ਬਹੁਤ ਮਿੱਠੀ ਸੀ ਉਹ, ਬਹੁਤ ਸਿਆਣੀ ਇਸਤਰੀ ਸੀ। ਅਤੇ ਅੱਗੇ ਆ ਗਿਆ ਲੇਖਕ ਦੀ ਸ਼ਖਸੀਅਤ ਵਿੱਚ ਉਹ ਕਿਹੜੇ ਗੁਣ ਹਨ ਜਿਨ੍ਹਾਂ ਸਦਕਾ ਉਹ ਹਰ ਨਵੀਂ ਥਾਂ ਉੱਤੇ ਮਨੁੱਖੀ ਸੰਬੰਧ ਬਣਾ ਲੈਂਦਾ ਹੈ? ਮਨੁੱਖ ਮੇਲਿਆਂ ਦੀ ਅਮੁੱਕ ਭੁੱਖ, ਉਹ ਲੋਕਾਂ ਨੂੰ ਮਿਲ ਕੇ ਬਹੁਤ ਖੁਸ਼ ਹੁੰਦੇ ਸਨ। ਹਰ ਦੇਸ਼ ਦੇ ਵਿੱਚ ਜਾ ਕੇ ਉਹਨਾਂ ਦਾ ਦਿਲ ਕਰਦਾ ਸੀ ਵੀ ਵੱਧ ਤੋਂ ਵੱਧ ਲੋਕਾਂ ਨੂੰ ਮਿਲਿਆ ਜਾਵੇ। ਪਿਆਰ, ਮਿਠਾਸ ਅਤੇ ਸੁਹਿਰਦਤਾ ਨਾਲ ਭਰਪੂਰ, ਮਤਲਬ ਇੰਨੀ ਪਿਆਰ ਰੱਖਦੇ ਸਨ, ਨਫ਼ਰਤ ਨਹੀਂ ਸੀ ਰੱਖਦੇ ਕਿਸੇ ਨਾਲ। ਅਤੇ ਇਸ ਕਰਕੇ ਜਿਹੜੀ ਮੇਜ਼ਬਾਨ ਇਸਤਰੀ ਸੀ ਉਹ ਵੀ ਉਸ ਤੋਂ ਪ੍ਰਭਾਵਿਤ ਹੋਈ ਸੀ। ਅਤੇ ਉਹ ਕਹਿੰਦੀ ਸੀ ਵੀ ਅੱਜ ਤੱਕ ਮੇਰੇ ਕੋਲ ਬਹੁਤ ਲੋਕ ਰਹਿਣ ਆਏ ਨੇ, ਪਰ ਤੇਰੇ ਵਰਗਾ ਕੋਈ ਨਹੀਂ। ਸੋਝ ਪ੍ਰੇਮੀ, ਮਤਲਬ ਸਫਾਈ ਪ੍ਰੇਮੀ ਸੀ, ਸੋਝ ਪ੍ਰੇਮੀ ਸੀ, ਕਲਾ ਦੇ ਪ੍ਰੇਮੀ ਸੀ, ਵਧੀਆ ਥਾਵਾਂ ਦੀ ਬਸ ਪ੍ਰਸ਼ੰਸਾ ਕਰਦੇ ਸਨ ਉਹ, ਹੈ ਨਾ। ਇਸ ਤੋਂ ਬਿਨਾਂ ਉਸ ਦਾ ਦ੍ਰਿਸ਼ਟੀਕੋਣ ਸਿਹਤਮੰਦ ਹੈ। ਉਹ ਮਨੁੱਖਾਂ ਅਤੇ ਦੇਸ਼ਾਂ ਵਿੱਚ ਹੱਦਬੰਦੀਆਂ ਪਸੰਦ ਨਹੀਂ ਕਰਦੇ। ਉਹ ਕਹਿੰਦੇ ਨੇ ਵੀ ਕਾਸ਼ ਕੋਈ ਵੀਜ਼ੇ ਦੀ ਲੋੜ ਨਾ ਪਵੇ, ਸਮਾਨ ਚੈੱਕ ਕਰਨ ਦੀ ਨਾ ਲੋੜ ਪਵੇ, ਸਾਰੀ ਦੁਨੀਆ ਇੱਕ ਹੀ ਹੋਵੇ, ਕੋਈ ਆਪਣੀ ਮਰਜ਼ੀ ਨਾਲ ਕਿਤੇ ਵੀ ਆ ਜਾ ਸਕਦਾ ਹੋਵੇ। ਮਨੁੱਖ ਨਾਲ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ। ਸਵੈ ਜੀਵਨੀ ਅੰਸ਼ ਵਿੱਚ ਲੇਖਕ ਨੇ ਬੜੀਆਂ ਭਾਵਪੂਰਤ ਟਿੱਪਣੀਆਂ ਕੀਤੀਆਂ ਹਨ, ਦੱਸੋ। ਉਹ ਕਹਿੰਦੇ ਨੇ ਕਿ ਮਨੁੱਖ ਹੋਣ ਮਤਲਬ ਦਾ ਪੂਰਾ ਸਵਾਦ ਮਨੁੱਖ ਨੂੰ ਉਦੋਂ ਹੀ ਆਵੇਗਾ ਜਦੋਂ ਮਨੁੱਖ ਦੇ ਮੂੰਹ ਦਾ ਲਫ਼ਜ਼ ਲਿਖੇ ਹੋਏ ਸਟਾਮ ਦੇ ਨਾਲੋਂ ਵਧੇਰੇ ਇਤਬਾਰ ਹੋਵੇ, ਠੀਕ ਹੈ ਨਾ। ਵੀ ਮਤਲਬ ਜਿਹੜੀ ਗੱਲ ਕਹਿਤੀ ਵੀ ਇਹਦੇ ਵਾਸਤੇ ਕਾਗਜ਼ਾਂ ਦੀ ਲੋੜ ਨਾ ਪਵੇ, ਹੱਦਾਂ ਨਾ ਹੋਣ, ਠੀਕ ਹੈ। ਕਿਸੇ ਨੇ ਸੱਚ ਆਖਿਆ ਹੈ ਕਿ ਸੋਹਣੇ ਕੱਪੜੇ ਪਾਉਣ ਵਾਲੇ ਲੋਕ ਇੰਨਾ ਖਰਚ ਸਿਰਫ ਆਪਣੇ ਸ਼ੌਂਕ ਲਈ ਹੀ ਨਹੀਂ ਕਰਦੇ ਜਿੰਨਾ ਦੂਜਿਆਂ ਦੀਆਂ ਅੱਖਾਂ ਨੂੰ ਚੰਗਾ ਲੱਗਣ ਲਈ ਕਰਦੇ ਹਨ। ਅਤੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਵੀ ਉਹ ਦੂਜਿਆਂ ਨੂੰ ਸ਼ੁਭ ਇੱਛਾ ਦੇਣੀ ਚੰਗੀ ਸਮਝਦਾ, ਵੀ ਕਾਸ਼ ਕਦੇ ਹਰ ਕਿਸੇ ਦੀ ਖੁਸ਼ਹਾਲੀ ਦਾ ਦੂਜਿਆਂ ਦੀਆਂ ਜਿਹੜੀਆਂ ਸ਼ੁਭ ਇੱਛਾ ਨਾਲ ਲੁਕਿਆ ਸੰਬੰਧ ਹਰ ਕਿਸੇ ਦੀ ਸਮਝ ਵਿੱਚ ਆ ਜਾਵੇ, ਠੀਕ ਹੈ ਨਾ। ਫਿਰ ਇਸ ਤੋਂ ਬਾਅਦ ਉਹ ਕਹਿੰਦੇ ਨੇ ਵੀ ਮਨੁੱਖ ਅੰਦਰ ਮਨੁੱਖ ਮਿਲਣੀਆਂ ਦੀ ਭੁੱਖ ਅਮੁੱਕ ਸੀ। ਮਨੁੱਖ ਦਾ ਮਨੁੱਖ ਨਾਲ ਮੇਲ ਹਮੇਸ਼ਾ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ। ਫਿਰ ਉਸ ਤੋਂ ਬਾਅਦ ਉਹ ਕਹਿੰਦੇ ਨੇ ਵਿਸ਼ਵਾਸ ਕਰਦੇ ਸੀ ਕਿ ਪਿਆਰ ਦੀ ਝਾਤੀ ਮਨੁੱਖ ਨੂੰ ਹੋਰ ਦੀ ਹੋਰ ਬਣਾ ਦਿੰਦੀ ਹੈ। ਪਰ ਤੁਹਾਡੇ ਦਿਲ ਦੇ ਅਣਮਿੱਟੇ ਦਰਾਂ 'ਚੋਂ ਮੈਂ ਤੁਹਾਡੀ ਰੂਹ ਉੱਤੇ ਝਾਕ ਲਿਆ ਹੈ, ਅਤੇ ਜਦੋਂ ਕੋਈ ਇਉਂ ਝਾਕੇ ਤੇ ਦੁਨੀਆ ਦਾ ਹੋਰ ਹੀ ਦਿਸਣਾ ਅਵੱਸ਼ ਹੋ ਜਾਂਦਾ ਹੈ। ਫਿਰ ਉਸ ਤੋਂ ਬਾਅਦ ਲੇਖਕ ਅਨੁਸਾਰ ਮਨੁੱਖ ਨੂੰ ਮਨੁੱਖ ਹੋਣ ਦਾ ਸਵਾਦ ਕਦੋਂ ਆਵੇਗਾ, ਇਸ ਪਾਠ ਦੇ ਆਧਾਰ 'ਤੇ ਦੱਸੋ।
ਲੇਖਕ ਇਹ ਦੱਸਦਾ ਹੈ ਕਿ ਜਦੋਂ ਉਹ ਜਰਮਨੀ ਤੋਂ ਨਿਕਲ ਕੇ ਮੁੜ ਜਰਮਨੀ ਵਿੱਚ ਦਾਖਲ ਹੋਇਆ ਤਾਂ ਉਸਨੂੰ ਰਾਹਦਾਰੀ ਵਿੱਚ ਮਤਲਬ ਕੋਈ ਖਾਸ ਮੁਸ਼ਕਲ ਨਹੀਂ ਸੀ ਆਈ। ਉਹ ਦੱਸਦਾ ਸੀ ਕਿ ਵੱਡੀ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਰਾਹਦਾਰੀ ਪੱਤਰ ਮਤਲਬ ਵੀਜ਼ਾ ਲੈਣੇ ਇਸ ਤੋਂ ਵੀ ਸੌਖੇ ਸਨ। ਇਸ ਗੱਲ ਦਾ ਜ਼ਿਕਰ ਕਰਦਾ ਹੋਇਆ ਉਹ ਚਾਹੁੰਦਾ ਹੈ ਕਿ ਸਾਰੀ ਦੁਨੀਆ ਹਰ ਕਿਸੇ ਦਾ ਦੇਸ਼ ਹੋਣੀ ਚਾਹੀਦੀ ਹੈ, ਕਿਉਂਕਿ ਮੁਲਕਾਂ ਦੀਆਂ ਸਰਹੱਦਾਂ ਉੱਤੇ ਪੁਲਿਸ ਦਾ ਪ੍ਰਮਾਣ ਪੱਤਰ ਦੇਖਣਾ ਤੇ ਸਮਾਨ ਫੋਲਣਾ ਮਨੁੱਖ ਨੂੰ ਘਟੀਆਪਣ ਦਾ ਅਹਿਸਾਸ ਕਰਾਉਂਦਾ ਹੈ। ਇਸ ਵਿਚਾਰ ਦੇ ਪ੍ਰਸੰਗ ਵਿੱਚ ਹੀ ਉਹ ਕਹਿੰਦਾ ਹੈ ਕਿ ਮਨੁੱਖ ਨੂੰ ਮਨੁੱਖ ਹੋਣ ਦਾ ਪੂਰਾ ਸਵਾਦ ਤਾਂ ਹੀ ਆਵੇਗਾ ਜੇਕਰ ਉਸਦੇ ਮੂੰਹੋਂ ਕਹੇ ਹੋਏ ਸ਼ਬਦ ਕਿਸੇ ਸਰਕਾਰੀ ਕਾਗਜ਼ ਉੱਪਰ ਸਹੁੰ ਚੁੱਕ ਕੇ ਲਿਖੇ ਸ਼ਬਦਾਂ ਨਾਲੋਂ ਵਧੇਰੇ ਇਤਬਾਰਯੋਗ ਸਮਝੇ ਜਾਣਗੇ ਤੇ ਬਿਨਾਂ ਰੋਕ ਟੋਕ ਉਹ ਇੱਕ ਮੁਲਕ ਤੋਂ ਦੂਜੇ ਮੁਲਕ ਦੇ ਵਿੱਚ ਦਾਖਲ ਹੋ ਸਕੇਗਾ। ਸੋ ਇਸ ਤੋਂ ਬਾਅਦ ਆਪਾਂ ਪ੍ਰਸ਼ਨ ਉੱਤਰ ਕਰਦੇ ਹਾਂ ਬੱਚੋ ਛੋਟੇ, ਠੀਕ ਹੈ। ਤੇ ਜਿਹੜੇ ਤੁਹਾਡੀ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਹੇ ਨੇ ਇਹਨਾਂ ਤੋਂ ਬਿਨਾਂ ਆਪਾਂ ਤੁਹਾਨੂੰ ਹੋਰ ਵੀ ਪ੍ਰਸ਼ਨ ਉੱਤਰ ਦੱਸਾਂਗੇ ਤਾਂ ਜੋ ਤੁਹਾਨੂੰ ਅੱਗੇ ਜਾ ਕੇ ਪੇਪਰਾਂ ਦੇ ਵਿੱਚ ਕੋਈ ਸਮੱਸਿਆ ਨਾ ਆਵੇ। ਮਨੁੱਖ ਨਾਲ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਸਵੈ ਜੀਵਨੀ ਅੰਸ਼ ਕਿਸ ਦੀ ਰਚਨਾ ਹੈ? ਗੁਰਬਖਸ਼ ਸਿੰਘ ਪ੍ਰੀਤਲੜੀ। ਕਿਹੜੀ ਸਵੈ ਜੀਵਨੀ ਚ ਲਿਆ? ਮੇਰੀ ਜੀਵਨ ਕਹਾਣੀ। ਜ਼ਿਊਰਿਕ ਕਿਸ ਦੇਸ਼ ਦਾ ਸ਼ਹਿਰ ਹੈ? ਸਵਿਟਜ਼ਰਲੈਂਡ ਦਾ। ਰਸਤਾ ਬਦਲ ਕੇ ਲੇਖਕ ਦੀ ਰੇਲ ਗੱਡੀ ਨੂੰ ਜਰਮਨੀ ਦੇ ਕਿਹੜੇ ਸ਼ਹਿਰ ਵਿੱਚ ਪਹੁੰਚਾਇਆ ਗਿਆ? ਮਿਊਨਿਕ ਦੇ ਵਿੱਚ। ਮੁਲਕਾਂ ਦੀਆਂ ਸਰਹੱਦਾਂ ਉੱਤੇ ਪ੍ਰਮਾਣ ਪੱਤਰ ਦੇਖਣੇ ਤੇ ਸਮਾਨ ਫੋਲਣਾ ਮੁਸਾਫਰ ਵਿੱਚ ਕੀ ਅਹਿਸਾਸ ਪੈਦਾ ਕਰਦਾ ਹੈ? ਘਟੀਆ ਹੋਣ ਦਾ। ਜ਼ਿਊਰਿਕ ਪਹੁੰਚ ਕੇ ਲੇਖਕ ਨੂੰ ਕਿਸ ਤਰ੍ਹਾਂ ਦੀ ਤਾਰ ਮਿਲੀ ਸੀ? ਐਲਜੀ ਦੀ, ਠੀਕ ਹੈ। ਐਲਜੀ ਨੇ ਤਾਰ ਵਿੱਚ ਲੇਖਕ ਨੂੰ ਕੀ ਪੁੱਛਿਆ ਸੀ? ਸੁੱਖ ਸਾਂਦ। MN ਰਾਏ ਨੇ ਕਿਹੜੀ ਕਿਤਾਬ ਲਿਖੀ ਸੀ? ਗਾਂਧੀ ਦੀਆਂ ਗਲਤੀਆਂ। ਲੇਖਕ ਨੂੰ ਕਿਸ ਝੀਲ ਦਾ ਦ੍ਰਿਸ਼ ਬਹੁਤ ਪਿਆਰਾ ਲੱਗਾ? ਜ਼ਿਊਰਿਕ ਝੀਲ ਦਾ। ਸਵਿਸ ਹੋਟਲਾਂ ਦੀ ਕਿਹੜੀ ਗੱਲ ਯੂਰਪ ਵਿੱਚ ਮਸ਼ਹੂਰ ਸੀ? ਸੇਵਾ। ਆਪਣੀ ਪੁਸ਼ਾਕ ਵੱਲੋਂ ਕੌਣ ਬੇਪਰਵਾਹ ਹੁੰਦਾ ਹੈ? ਦੂਜਿਆਂ ਵੱਲੋਂ ਬੇਪਰਵਾਹ ਹੋਏ, ਠੀਕ ਹੈ ਨਾ। ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਅਨੁਸਾਰ ਯੂਰਪ ਦਾ ਸਭ ਤੋਂ ਸਾਫ਼ ਮੁਲਕ ਕਿਹੜਾ ਸੀ? ਸਵਿਟਜ਼ਰਲੈਂਡ, ਠੀਕ ਹੈ। ਸਵਿਟਜ਼ਰਲੈਂਡ ਦੀ ਸਿਆਲੇ ਸੈਰਗਾਹ ਕਿਹੜੀ ਹੈ? ਸੇਂਟ ਮੋਰਿਟਸ, ਠੀਕ ਹੈ। ਸਵਿਸ ਲੋਕਾਂ ਦੀ ਕਿਹੜੀ ਗੱਲ ਯੂਰਪ ਵਿੱਚ ਸਭ ਤੋਂ ਉੱਚੀ ਗਿਣੀ ਜਾਂਦੀ ਹੈ? ਪਿਆਰ। ਲੇਖਕ ਨੂੰ ਆਪਣੀ ਸਵਿਸ ਮੇਜ਼ਬਾਨ ਜਿਹੜੀ ਹੁੰਦੀ ਹੈ, ਔਰਤ ਹੁੰਦੀ ਹੈ ਜਿੱਥੇ ਉਹ ਰਹਿੰਦਾ, ਉਹਦਾ ਦਿਲ ਕਿਹੋ ਜਿਹਾ ਲੱਗਿਆ? ਬਹੁਤ ਸੋਹਣਾ, ਸੋਹਣੀ ਵਾਦੀ ਵਰਗਾ। ਗੁਰਬਖਸ਼ ਸਿੰਘ ਪ੍ਰੀਤਲੜੀ ਉੱਤੇ ਕਿਹੜੇ ਲੇਖਕ ਦੇ ਸਾਹਿਤ ਦਾ ਬਹੁਤ ਪ੍ਰਭਾਵ ਸੀ? ਟਾਲਸਟਾਏ ਦਾ। ਲੇਖਕ ਕਿਸ ਹੁਨਰ ਨੂੰ ਸਵਿਸ ਇਸਤਰੀਆਂ ਦਾ ਸੁਭਾਵਿਕ ਗੁਣ ਦੱਸਦਾ ਹੈ? ਪ੍ਰਸ਼ੰਸਾ ਦਾ। ਲੇਖਕ ਸਵਿਸ ਮੇਜ਼ਬਾਨ ਦੇ ਘਰ ਕਿੰਨੇ ਦਿਨ ਰਿਹਾ ਸੀ? 7 ਦਿਨ। ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਮੇਜ਼ਬਾਨ ਕਿਸ ਦੇਸ਼ ਦੀ ਰਹਿਣ ਵਾਲੀ ਸੀ? ਸਵਿਟਜ਼ਰਲੈਂਡ ਦੀ। ਤੇ ਲੇਖਕ ਦੇ ਘਰ ਰਹਿਣ ਨਾਲ ਸਵਿਸ ਮੇਜ਼ਬਾਨ ਨੂੰ ਆਪਣੇ ਘਰ ਦੀ ਹਰ ਚੀਜ਼ ਵਿੱਚ ਕੀ ਦਿਸਣ ਲੱਗ ਗਏ? ਨਵੇਂ ਅਰਥ। ਲੇਖਕ ਦੀ ਮਨੁੱਖ ਮਿਲਣੀ ਦੀ ਭੁੱਖ ਕਿਹੋ ਜਿਹੀ ਸੀ? ਅਮਿੱਟ। ਲੇਖਕ ਨੂੰ ਸਵਿਸ ਮੇਜ਼ਬਾਨ ਦੀ ਜ਼ਬਾਨ ਕਿਹੋ ਜਿਹੀ ਲੱਗਦੀ ਸੀ? ਬਹੁਤ ਮਿੱਠੀ। ਇੱਕ ਦਿਨ ਲੇਖਕ ਸਵਿਸ ਮੇਜ਼ਬਾਨ ਕੋਲ ਮਹਿਮਾਨ ਦੀ ਥਾਂ ਕੀ ਬਣ ਕੇ ਰਿਹਾ? ਉਸ ਦਾ ਆਪਣਾ। ਮੁਲਕਾਂ ਦੀਆਂ ਸਰਹੱਦਾਂ ਉੱਤੇ ਪੁਲਿਸ ਦੇ ਪ੍ਰਮਾਣ ਪੱਤਰ ਦੇਖਣਾ ਤੇ ਸਮਾਨ ਫੋਲਣਾ ਮਨੁੱਖ ਵਿੱਚ ਘਟੀਆ ਹੋਣ ਦਾ ਅਹਿਸਾਸ ਪਕਿਆਉਂਦਾ ਹੈ। ਮਿਸਟਰ ਰਾਏ ਨਾਲ ਭੁਗਤ ਕੇ ਗੁਰਬਖਸ਼ ਸਿੰਘ ਕਿੱਥੇ ਗਏ ਸਨ? ਜ਼ਿਊਰਿਕ ਸ਼ਹਿਰ ਦੇ ਵਿੱਚ, ਠੀਕ ਹੈ। ਲੇਖਕ ਨੇ MN ਰਾਏ ਨੂੰ ਮਿਲਣ ਦੀ ਵਿਸ਼ੇਸ਼ਤਾ ਦਾ ਯਤਨ ਕਿਉਂ ਕੀਤਾ? ਕਿਉਂਕਿ ਰਾਏ ਦੀ ਪਤਨੀ ਨੇ ਕਿਹਾ ਸੀ। ਸਵਿਸ ਲੋਕਾਂ ਵਿੱਚ ਠਰਕ ਹੈ ਕਿ ਉਹਨਾਂ ਦਾ ਮੁਲਕ ਦੂਜਿਆਂ ਨਾਲੋਂ ਚੰਗਾ ਲੱਗੇ। ਜੇ ਇਸਤਰੀ ਦੇ ਘਰ ਮੈਨੂੰ ਰਿਹਾਇਸ਼ ਮਿਲੀ, ਮਤਲਬ ਜਿਸ ਇਸਤਰੀ ਦੇ ਘਰ ਮੈਨੂੰ ਰਿਹਾਇਸ਼ ਮਿਲੀ ਸੀ, ਉਸ ਦਾ ਦਿਲ ਕਿਸੇ ਡੈਸ਼ ਸੋਹਣੀ ਵਾਦੀ ਨਾਲੋਂ ਘੱਟ ਨਹੀਂ ਸੀ। ਮਨੁੱਖ ਨਾਲ ਮਨੁੱਖ ਦਾ ਮੇਲ ਹਮੇਸ਼ਾ ਡੈਸ਼ ਦੀ ਮਹਾਨ ਘਟਨਾ ਹੁੰਦੀ ਹੈ, ਠੀਕ ਹੈ, ਜ਼ਿੰਦਗੀ ਦੀ। ਜ਼ਿਊਰਿਕ ਤੋਂ ਕੁਝ ਫਾਸਲੇ ਉੱਤੇ ਡੈਸ਼ ਇਸ ਮੁਲਕ ਦੀ ਸਿਆਲੇ ਦੀ ਸੈਰਗਾਹ ਹੈ, ਦੱਸੋ, ਠੀਕ ਹੈ। ਜ਼ਿਊਰਿਕ ਤੋਂ ਕੁਝ ਫਾਸਲੇ ਉੱਤੇ ਮੋਰਟਿਸ ਇਸ ਮੁਲਕ ਦੀ ਸਿਆਲੇ ਦੀ ਸੈਰਗਾਹ ਹੈ, ਠੀਕ ਹੈ। ਤੇ ਉਸ ਤੋਂ ਬਾਅਦ ਆ ਗਿਆ ਬੱਚੋ ਠੀਕ ਗਲਤ ਦੇਖਦੇ ਆਪਾਂ। ਤੇ ਲੇਖਕ ਚਾਹੁੰਦਾ ਹੈ ਕਿ ਇੱਕ ਮੁਲਕ ਤੋਂ ਦੂਜੇ ਮੁਲਕ ਜਾਂਦਿਆਂ ਪੁਲਿਸ ਪ੍ਰਮਾਣ ਪੱਤਰ ਦੇਖੇ ਨਾ ਹੀ ਸਮਾਨ ਫੋਲੇ, ਬਿਲਕੁਲ ਸਹੀ। ਫਿਰ ਉਸ ਤੋਂ ਬਾਅਦ ਆ ਗਿਆ ਸੋਹਣੇ ਕੱਪੜੇ ਪਾਉਣ ਵਾਲੇ ਲੋਕ ਇੰਨਾ ਖਰਚ ਸਿਰਫ ਆਪਣੀ ਸ਼ੌਂਕ ਲਈ ਨਹੀਂ ਕਰਦੇ ਜਿੰਨਾ ਦੂਜਿਆਂ ਦੀਆਂ ਅੱਖਾਂ ਵਿੱਚ ਚੰਗਾ ਲੱਗਣ ਲਈ ਕਰਦੇ ਨੇ, ਬਿਲਕੁਲ ਸਹੀ। ਜਿੰਨਾ ਕੋਈ ਦੂਜਿਆਂ ਦੀ ਬੇਪਰਵਾਹੀ ਕਰਦਾ ਹੈ, ਪੋਸ਼ਾਕ ਵੱਲ ਵੀ ਧਿਆਨ ਨਹੀਂ ਦਿੰਦਾ, ਬਿਲਕੁਲ
ਸਹੀ, ਕਿਉਂਕਿ ਉਹ ਲੇਖਕ ਕਹਿੰਦਾ ਵੀ ਜੋ ਵਧੀਆ ਕੱਪੜੇ ਪਾਉਂਦੇ ਆਪਾਂ ਦੂਜਿਆਂ ਨੂੰ ਦਿਖਾਉਣ ਲਈ ਪਾਉਂਦੇ ਆ ਨਾ। ਲੇਖਕ ਉੱਤੇ ਟਾਲਸਟਾਏ ਦੇ ਸਾਹਿਤ ਦਾ ਬਹੁਤਾ ਪ੍ਰਭਾਵ ਸੀ। ਠੀਕ ਹੈ ਨਾ, ਤੇ ਬਿਲਕੁਲ ਸਹੀ। ਜਿੰਨਾ ਕੋਈ ਦੂਜਿਆਂ ਦੀ ਬੇਪਰਵਾਹ ਕਰਦਾ ਹੈ ਓਨਾ ਹੀ ਪੁਸ਼ਾਕ ਵੱਲੋਂ ਬੇਪਰਵਾਹੀ ਹੁੰਦਾ ਹੈ। ਇਹ ਬਿਲਕੁਲ ਠੀਕ ਹੈ, ਕਿਉਂਕਿ ਜਦੋਂ ਆਪਾਂ ਦੂਜਿਆਂ ਦੀ ਪਰਵਾਹ ਨਹੀਂ ਕਰਦੇ ਤਾਂ ਪੁਸ਼ਾਕ ਦਾ ਵੀ ਧਿਆਨ ਨਹੀਂ ਦਿੰਦੇ ਹੈਗੇ। ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਆਪਣੀ ਸਵਿਸ ਮੇਜ਼ਬਾਨ ਬਿਲਕੁਲ ਚੰਗੀ ਨਹੀਂ ਲੱਗਦੀ ਸੀ, ਇਹ ਗਲਤ ਹੈ। ਠੀਕ ਹੈ, ਗੁਰਬਖਸ਼ ਸਿੰਘ ਪ੍ਰੀਤਲੜੀ ਇੱਕ ਦਿਨ ਲਈ ਸਵਿਸ ਮੇਜ਼ਬਾਨ ਦਾ ਮਹਿਮਾਨ ਬਣ ਕੇ ਰਿਹਾ। ਠੀਕ ਹੈ, ਤੇ ਇਹ ਗਲਤ ਹੈ, ਮਹਿਮਾਨ ਦੀ ਜਗ੍ਹਾ 'ਤੇ ਉਸਦਾ ਆਪਣਾ ਬਣ ਕੇ ਰਿਹਾ, ਇਹ ਸਹੀ ਸੀ। ਠੀਕ ਹੈ ਨਾ। ਸੋ ਇਹ ਸੀ ਬੱਚਿਓ ਸਵੈ ਜੀਵਨੀ ਅੰਸ਼। ਮੈਨੂੰ ਉਮੀਦ ਹੈ ਤੁਸੀਂ ਸੁਣਿਆ, ਸਮਝਿਆ। ਪੜ੍ਹਿਆ ਕਰੋ ਬੱਚਿਓ, ਪੰਜਾਬੀ ਸਾਹਿਤ ਬਹੁਤ ਅਮੀਰ ਹੈ। ਠੀਕ ਹੈ, ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।